हाँ जी स्टूडेंट्स, आई सोनिया अरोड़ा वेलकम यू ऑल ऑन दिस प्लेटफॉर्म। ਅੱਜ ਦੀ ਕਲਾਸ 'ਚ ਅਸੀਂ ਪੜਨ ਜਾ ਰਹੇ ਹਾਂ ਅਲੈਗਜ਼ੈਂਡਰ ਪੋਪ ਦੇ ਬਾਰੇ। ਗਾਇਸ ਕਿ ਅਗਸਟਨ ਏਜ ਅਸੀਂ ਸਟਾਰਟ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਜਿਵੇਂ ਕੰਮ ਕੀਤਾ ਹੈ ਇੰਡੀਅਨ ਇੰਗਲਿਸ਼ ਰਾਈਟਰਸ ਦੇ ਉੱਪਰ, ਵਿਕਟੋਰੀਅਨ ਏਜ ਦੇ ਉੱਪਰ, ਤਾਂ ਉਦਾਂ ਹੀ ਅਗਸਟਨ ਏਜ ਦੇ ਉੱਪਰ ਕੰਮ ਕਰਨਾ ਸ਼ੁਰੂ ਕਰਾਂਗੇ। ਰਾਈਟ, ਤਾਂ ਜਿਹੜੇ ਉਸ ਦੇ ਪਹਿਲੇ ਰਾਈਟਰ ਨੇ, ਕਿਹੜੇ ਰਾਈਟਰ ਨੇ? फर्स्ट वन दैट इज ਅਲੈਗਜ਼ੈਂਡਰ ਪੋਪ। ਅਲੈਗਜ਼ੈਂਡਰ ਪੋਪ ਦੇ ਬਾਰੇ ਅੱਜ ਅਸੀਂ ਪੜਨ ਜਾਵਾਂਗੇ ਕਿ ਇਹਨਾਂ ਦਾ ਬਰਥ ਕਦੋਂ ਹੋਇਆ, ਇਹਨਾਂ ਦੇ ਪੈਰੈਂਟਸ ਦੇ ਬਾਰੇ, ਇਹਨਾਂ ਦੇ ਇੰਪੋਰਟੈਂਟ ਵਰਕਸ ਦੇ ਬਾਰੇ, ਇਹਨਾਂ ਦੀ ਲਾਈਫ ਹਿਸਟਰੀ ਬਾਰੇ। ਠੀਕ ਹੈ, ਸੋ ਅਲੈਗਜ਼ੈਂਡਰ ਪੋਪ। ਅਗਰ ਗੱਲ ਕਰੀਏ ਅਲੈਗਜ਼ੈਂਡਰ ਪੋਪ ਦੀ, ਠੀਕ ਹੈ, 18th ਸੈਂਚੁਰੀ, ਕਿਹੜੀ ਸੈਂਚੁਰੀ? 18th ਸੈਂਚੁਰੀ ਦੇ ਬਹੁਤ ਹੀ ਜ਼ਿਆਦਾ ਫੇਮਸ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਾਈਟਰ ਹੋਏ ਸਨ। ਕੌਣ? ਅਲੈਗਜ਼ੈਂਡਰ ਪੋਪ। ਅਲੈਗਜ਼ੈਂਡਰ ਪੋਪ, ਠੀਕ ਹੈ। ਸੋ ਇਹਨਾਂ ਦੀ ਪਿਕਸ ਦੇਖ ਕੇ ਤੁਸੀਂ ਆਈਡੀਆ ਲਗਾ ਸਕਦੇ ਹੋ ਕਿ ਇਹ ਬਹੁਤ ਜ਼ਿਆਦਾ, ਅਗਰ ਫਿਜ਼ੀਕਲੀ ਕਹੀਏ ਕਿ ਫਿਜ਼ੀਕਲੀ ਬਹੁਤ ਜ਼ਿਆਦਾ ਹੱਟੇ ਕੱਟੇ ਫਿਟ ਸਨ ਨਹੀਂ ਸਨ, ਬਿਕੋਜ਼ ਇਹਨਾਂ ਨੂੰ ਡਿਜ਼ੀਜ਼ ਹੋ ਗਿਆ ਸੀ। ਇਹਨਾਂ ਦੀ ਛੋਟੀ ਏਜ ਵਿੱਚ ਹੀ ਇਹਨਾਂ ਨੂੰ ਟੀਬੀ ਹੋ ਗਿਆ ਸੀ, ਟਿਊਬਰਕਲੋਸਿਸ ਹੋ ਗਿਆ ਸੀ, ਜਿਸ ਦੇ ਚੱਲਦੇ ਇਹਨਾਂ ਦੀ ਹਾਈਟ ਬਹੁਤ ਜ਼ਿਆਦਾ ਉੱਪਰ ਨਹੀਂ ਹੋਈ ਸੀ, ਵਧੀ ਨਹੀਂ ਸੀ, ਛੋਟੀ ਹਾਈਟ ਦੀ ਸੀ। ਤਾਂ ਠੀਕ ਹੈ, ਚਲੋ ਪੜ੍ਹਦੇ ਹਾਂ ਅਸੀਂ ਅਲੈਗਜ਼ੈਂਡਰ ਪੋਪ 1688 ਤੋਂ ਲੈ ਕੇ 1744। देखो गाइस, सब तो इंपॉर्टेंट फैक्ट, द मोस्ट इंपॉर्टेंट फैक्ट, अगर ਅਸੀਂ ਗੱਲ ਕਰੀਏ ਸ਼ੇਕਸਪੀਅਰ ਤੋਂ ਬਾਅਦ, ਅਸੀਂ ਜਿਵੇਂ ਕੋਟਸ ਸਰਚ ਕਰਦੇ ਨਾ, ਅਸੀਂ ਜੀ ਇੰਗਲਿਸ਼ ਦੇ ਕੋਈ ਵੀ ਫੇਮਸ ਕੋਟਸ, ਹੈਪੀ ਸੈਡ ਕੋਟਸ ਆਪਾਂ ਗੂਗਲ ਕਰਦੇ ਆ, ਹਨਾ, ਜਿਹੜੇ ਆਪਾਂ ਸੈਂਟੈਂਸਸ ਲਿਖਣੇ ਹੁੰਦੇ ਆ, ਫਰੇਜ਼ਸ ਵਗੈਰਾ। ਠੀਕ ਹੈ, ਅਗਰ ਗੱਲ ਕਰੀਏ, ਹੀ ਇਜ਼ ਦਾ ਸੈਕਿੰਡ ਮੋਸਟ ਕੋਟਡ ਆਥਰ ਇਨ ਦਾ ਆਕਸਫੋਰਡ ਡਿਕਸ਼ਨਰੀ ਆਫ ਕੋਟੇਸ਼ਨਸ। ਅਗਰ ਗੱਲ ਕਰੀਏ, ਸਭ ਤੋਂ ਪਹਿਲੇ ਨੰਬਰ ਤੇ ਸ਼ੇਕਸਪੀਅਰ ਦੇ ਸਭ ਤੋਂ ਜ਼ਿਆਦਾ ਇਸ ਡਿਕਸ਼ਨਰੀ ਵਿੱਚ, ਆਕਸਫੋਰਡ ਡਿਕਸ਼ਨਰੀ ਵਿੱਚ ਸਭ ਤੋਂ ਜ਼ਿਆਦਾ ਜੇ ਕੋਟਸ ਮਿਲਣਗੇ ਉਹ ਕਿੰਦੇ? ਸਭ ਤੋਂ ਪਹਿਲਾਂ ਮਿਲਣਗੇ ਸ਼ੇਕਸਪੀਅਰ ਦੇ। ਦੂਜੇ ਨੰਬਰ ਤੇ ਕਿਹੜੇ ਰਾਈਟਰ ਦੇ ਮਿਲਣਗੇ ਕੋਟਸ? ਅਲੈਗਜ਼ੈਂਡਰ ਪੋਪ। ਠੀਕ ਹੈ, ਯਾਦ ਹੋਏਗਾ ਤੁਹਾਨੂੰ ਇੱਕ ਫੇਮਸ ਕੋਟ ਹੈ, ਅਸੀਂ ਵੀ ਬੋਲਦੇ ਹੁੰਨੇ ਹਾਂ, ਅ ਲਿਟਲ ਨੌਲੇਜ। ਤੁਹਾਨੂੰ ਯਾਦ ਹੋਊਗੀ ਇਹ ਵਾਲੀ, ਅਸੀਂ ਬਹੁਤ ਬੋਲਦੇ ਹਾਂ, ਅ ਲਿਟਲ ਨੌਲੇਜ is a dangerous thing. A little knowledge is a dangerous thing. ਕਿਸੇ ਵੀ ਚੀਜ਼ ਦੀ ਅਧੂਰੀ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ। ਇਹ ਅਸੀਂ ਕਹਾਵਤ ਬੋਲਦੇ ਆ ਨਾ, ਤੇ ਇਹ ਵਾਲੀ ਕੋਟ ਕਿੰਨਾ ਦੁਆਰਾ ਲਿਖੀ ਗਈ ਹੈ? ਇਹ ਕੋਟ ਕਿੰਨਾ ਦਾ ਕੰਮ ਹੈ? ਅਲੈਗਜ਼ੈਂਡਰ ਪੋਪ ਦਾ। ਉਹਨਾਂ ਦੀ ਪਹਿਲੀ ਜਿਹੜੀ ਫੇਮਸ ਹੋਈ ਸੀ, ਜਿਹੜੀ ਉਹਨਾਂ ਦੀ ਰਾਈਟਿੰਗ ਨੋਵਲ, ਜਿਹੜਾ ਉਹਨਾਂ ਦੀ ਫੇਮਸ ਹੋਇਆ ਸੀ, ਜਿਹੜਾ ਉਹਨਾਂ ਦਾ ਵਰਕ, ਉਹਦੇ ਵਿੱਚੋਂ ਇਹਦਾ ਲਾਈਨ ਕਿਹੜਾ? ਅ ਲਿਟਲ ਨੌਲੇਜ ਇਜ਼ ਅ ਡੇਂਜਰਸ ਥਿੰਗ। ਵੈਸੇ ਇਹਦਾ ਸਹੀ ਕੀ ਸੀਗਾ? ਜਿਹੜਾ ਇਹ ਕੋਟ ਸੀਗਾ ਉਹ ਆਂਦਾ ਸੀ ਅ ਲਿਟਲ ਲਰਨਿੰਗ। ਅੱਗੇ ਚੱਲ ਕੇ ਪੜਾਂਗੇ ਇਹਦੇ ਬਾਰੇ ਡਿਟੇਲ ਚ। ਠੀਕ ਹੈ, ਸੋ ਚਲਦੇ ਹਾਂ ਅਸੀਂ ਸੈਕਿੰਡ ਮੋਸਟ ਕੋਟਡ ਆਥਰ ਇਨ ਇੰਡੀਅਨ ਇੰਗਲਿਸ਼ ਰਾਈਟਰ। ਠੀਕ ਹੈ, ਇੰਗਲਿਸ਼ ਰਾਈਟਰ ਦੇ ਅੰਦਰੋਂ ਅਗਰ ਮੰਨਾਂਗੇ ਤਾਂ ਸੈਕਿੰਡ ਰਾਈਟਰ ਨੇ ਉਹ। ਠੀਕ ਹੈ, ਚਲੋ ਅਗਰ ਇਹਨਾਂ ਦੇ ਬਰਥ ਦੀ ਗੱਲ ਕਰੀਏ, ਬਰਥ ਪਿਕ ਦੇਖ ਲਓ ਜੀ, ਰੈਕਗਨਾਈਜ਼ ਕਰ ਲੋਗੇ ਸੌਖੇ ਤਰੀਕੇ ਨਾਲ। 21 ਮਈ 1668, 1688, ਮਈ ਦਾ ਮੰਥ ਹੀ ਚੱਲ ਰਿਹਾ ਹੁਣ। ਪੇਪਰ ਸਾਡਾ ਆ ਜਾਊਗਾ ਵਿਦਿਨ 2 ਮੰਥਸ ਹੋ ਜਾਏ, ਵਿਦਿਨ 3 ਮੰਥਸ ਹੋ ਜਾਏ, ਐਗਜ਼ਾਮ ਸਾਡਾ ਆ ਜਾਣਾ। ਤਿਆਰੀ ਕਰ ਲਓ ਪੂਰੀ, ਟਰਮਸ ਨੂੰ ਯਾਦ ਕਰੋ, ਇੰਪੋਰਟੈਂਟ ਐਮਸੀਕਿਊਜ਼ ਤੇ ਕੰਮ ਕਰੋ। ਠੀਕ ਹੈ, ਇੰਪੋਰਟੈਂਟ ਐਮਸੀਕਿਊਜ਼ ਤੇ ਜਿੰਨਾ ਕੰਮ ਕਰ ਸਕਦੇ ਹੋ ਨਾ ਕਰੋ। ਰਾਈਟਰ ਦੇ ਬਾਰੇ ਇੰਪੋਰਟੈਂਟ ਚੀਜ਼ਾਂ ਨੂੰ ਸਮਝੋ, ਉਸ ਤੋਂ ਬਾਅਦ ਉਹਨਾਂ ਦੇ ਐਮਸੀਕਿਊਜ਼ ਪ੍ਰੈਕਟਿਸ ਕਰੋ, ਉਸ ਤੋਂ ਬਾਅਦ ਮਿਕਸਡ ਕਰੋ, ਤਾਂ ਹੀ ਬੈਨੀਫਿਟ ਮਿਲੇਗਾ ਸਾਨੂੰ। ਠੀਕ ਹੈ, ਚਲੋ ਬਰਥ ਹੋਇਆ 1688, ਡੈਥ ਹੋਇਆ 30 ਮਈ 1744। ਠੀਕ ਹੈ, ਚਲੋ ਵਨ ਆਫ ਦਾ ਗ੍ਰੇਟੈਸਟ ਇੰਗਲਿਸ਼ ਪੋਇਟ, ਦਾ ਫੋਰਮੋਸਟ ਪੋਇਟ। ਫੋਰਮੋਸਟ ਕਿਹੜੇ ਹੁੰਦੇ ਨੇ? ਮੋਸਟ ਇੰਪੋਰਟੈਂਟ। ਠੀਕ ਹੈ ਜੀ, ਆਫ ਦਾ ਅਰਲੀ 18th ਸੈਂਚੁਰੀ। ਮੈਂ ਤੁਹਾਨੂੰ ਹੁਣੇ ਹੀ ਦੱਸਿਆ 18th ਸੈਂਚੁਰੀ ਦੇ ਬਹੁਤ ਜ਼ਿਆਦਾ ਫੇਮਸ ਪੋਇਟ ਹੋਏ ਸਨ ਉਹ। ਬੈਸਟ ਨੋਨ ਫॉर ਹਿਸ ਸੈਟਾਇਰਿਕਲ ਐਂਡ ਡਿਸਕਰਸਿਵ ਪੋਇਟਰੀ, ਆਪਣੀ ਪੋਇਟਰੀ ਲਈ ਕਾਫੀ ਜ਼ਿਆਦਾ ਫੇਮਸ ਹੋਏ ਨੇ ਉਹ। ਠੀਕ ਹੈ, ਚਲੋ ਫੇਮਸ ਵਰਕ, ਸਭ ਤੋਂ ਫੇਮਸ ਵਰਕ ਦ ਰੇਪ ਆਫ ਦ ਲੋਕ, ਦ ਡੰਸੀਅਟ ਐਂਡ ਐਨ ਐਸੇ ਔਨ ਕ੍ਰਿਟਿਸਿਜ਼ਮ। ਆ ਸਭ ਤੋਂ ਜ਼ਿਆਦਾ ਇੰਪੋਰਟੈਂਟ ਸੀ, ਐਨ ਐਸੇ ਔਨ ਕ੍ਰਿਟਿਸਿਜ਼ਮ। ਜਿਹੜੀ ਆਪਾਂ ਹੁਣੇ ਲਾਈਨਸ ਕਰਕੇ ਹਟੇ ਨਾ, ਅ ਲਿਟਲ ਨੌਲੇਜ ਇਜ਼ ਅ ਡੇਂਜਰਸ ਥਿੰਗ, ਉਹ ਇਹਨਾਂ ਚੋਂ ਹੀ ਲਈ ਗਈ ਸੀ। ਠੀਕ ਹੈ, ਚਲੋ ਅੱਗੇ ਪੜ੍ਹਦੇ ਹਾਂ ਅਸੀਂ ਡਿਟੇਲ ਚ। ਅਲੈਗਜ਼ੈਂਡਰ ਪੋਪ 1688 ਤੋਂ 1744। ਦੇਖੋ ਇੱਥੇ 88 ਹੈ, ਇੱਥੇ 44 ਹੈ। ਹੁਣ ਜਿਹੜੇ ਵੀ ਰਾਈਟਰ ਦਾ ਬਰਥ ਮਈ ਮੰਥ ਵਿੱਚ ਹੋਇਆ, ਮਈ ਜੂਨ ਦੇ, ਉਹ ਚੰਗੀ ਤਰ੍ਹਾਂ ਯਾਦ ਕਰ ਲਓ।
ਕਿਹੜੇ ਕਿਹੜੇ ਰਾਈਟਰ ਦਾ ਮੇ ਵਿੱਚ ਹੋਇਆ ਹੈ, ਇਦਾਂ ਤੁਸੀਂ ਯਾਦ ਕਰ ਸਕਦੇ ਹੋ, ਕਿਉਂਕਿ ਐਮਸੀਕਿਊਜ਼ ਇਦਾਂ ਦੇ ਹੀ ਆਣਗੇ ਤੁਹਾਨੂੰ ਕਿਸੇ ਰਾਈਟਰ ਦੇ ਬਾਰੇ। ਠੀਕ ਹੈ, ਇਹਨਾਂ ਦੇ ਫਾਦਰ ਦਾ ਨਾਮ ਵੀ ਕੀ ਸੀਗਾ, ਅਲੈਗਜ਼ੈਂਡਰ ਪੋਪ ਸੀਨੀਅਰ। ਇਹਨਾਂ ਦੇ ਫਾਦਰ ਦਾ ਵੀ ਇਹੀ ਨਾਮ ਸੀਗਾ। ਠੀਕ ਹੈ, he was a wealthy successful linen merchant in London। ਲੰਡਨ ਚ ਕਾਫੀ ਫੇਮਸ, ਕਾਫੀ ਸੌਰੀ ਨਾਟ ਫੇਮਸ, ਸਕਸੈਸਫੁਲ ਲਾਈਨਨ ਮਰਚੈਂਟ ਬੋਲ ਲੋ ਜਾਂ ਫਿਰ ਕਲੋਥ ਮਰਚੈਂਟ, ਕੱਪੜੇ ਦਾ ਉਹਨਾਂ ਦਾ ਵਪਾਰ ਸੀ, ਇੰਪੋਰਟ ਐਕਸਪੋਰਟ ਕਰਦੇ ਸਨ, ਕਾਫੀ ਸਕਸੈਸਫੁਲ ਸਨ, ਵੈਲਦੀ ਸਨ, ਕਾਫੀ ਰਿਚ ਸਨ। ਠੀਕ ਹੈ ਜੀ, ਉਹਨਾਂ ਦੇ ਫਾਦਰ ਲੰਡਨ ਵਿੱਚ। ਕਲੀਅਰ। ਉਸ ਤੋਂ ਬਾਅਦ ਉਹਨਾਂ ਦੀ ਮਦਰ ਐਡਿਥ, ਮਦਰ ਵਾਸ ਐਡਿਥ ਟਰਨਰ। ਉਹਨਾਂ ਦੀ ਮਦਰ ਦਾ ਕੀ ਨਾਮ ਹੈ, ਐਡਿਥ ਟਰਨਰ ਪੋਪ। ਕਲੀਅਰ। ਸ਼ੀ ਵਾਸ ਅ ਸੈਕਿੰਡ ਵਾਈਫ ਆਫ ਅਲੈਗਜ਼ੈਂਡਰ। ਉਹ ਸੈਕਿੰਡ ਵਾਈਫ ਸੀ। ਇਹਨਾਂ ਦੀ ਸੈਕਿੰਡ ਵਾਈਫ ਯਾਨੀ ਕਿ ਜਿਹੜੇ ਅਲੈਗਜ਼ੈਂਡਰ ਪੋਪ ਹੋਏ ਸੀ, ਰਾਈਟਰ ਹੋਏ ਸੀ, ਫੇਮਸ 18th ਸੈਂਚੁਰੀ ਦੇ ਰਾਈਟਰ ਹੋਏ ਸਨ, ਉਹ ਉਹਨਾਂ ਦੇ ਜਿਹੜੇ ਫਾਦਰ ਦੀ ਉਹ ਸੈਕਿੰਡ ਵਾਈਫ ਸਨ, ਐਡਿਥ ਟਰਨਰ, ਜਿਨ੍ਹਾਂ ਨੇ ਉਹਨਾਂ ਦੀ ਲਾਈਫ 'ਚ ਟਰਨਿੰਗ ਪੁਆਇੰਟ ਲਿਆਤਾ, ਜਿਨ੍ਹਾਂ ਨੇ ਉਹਨਾਂ ਦੀ ਲਾਈਫ 'ਚ ਟਰਨਿੰਗ ਪੁਆਇੰਟ ਆ ਗਿਆ। ਠੀਕ ਹੈ ਜੀ, ਅਲੈਗਜ਼ੈਂਡਰ ਪੋਪ ਨਾਲ ਮੈਰਿਜ ਕਰਕੇ ਉਹਨਾਂ ਦੀ ਲਾਈਫ 'ਚ ਟਰਨਿੰਗ ਪੁਆਇੰਟ ਆ ਗਿਆ। ਕਿਉਂ ਟਰਨਿੰਗ ਪੁਆਇੰਟ ਆ ਗਿਆ, ਉਹ ਬਣ ਗਏ ਜੀ ਫੇਮਸ ਰਾਈਟਰ ਅਲੈਗਜ਼ੈਂਡਰ ਪੋਪ ਦੇ ਮਦਰ। ਕਲੀਅਰ। ਐਦਾਂ ਤੁਸੀਂ ਯਾਦ ਕਰ ਸਕਦੇ ਹੋ ਲਿੰਕ ਬਣਾ ਕੇ ਇਹਨੂੰ। ਚਲੋ, Pope's religion prevented him from attending public schools। ਹੁਣ ਇੱਥੇ ਕਾਫੀ ਇੰਪੋਰਟੈਂਟ ਚੀਜ਼ ਹੈ, ਜਿਹੜੇ ਦੇ ਪੈਰੈਂਟਸ ਸਨ ਉਹ ਰੋਮਨ ਕੈਥੋਲਿਕ ਸਨ, ਰੋਮਨ ਕੈਥੋਲਿਕਸ। ਠੀਕ ਹੈ ਬਈ, ਇਹ ਇੱਕ ਜਾਤੀ ਹੁੰਦੀ ਹੈ, ਇੱਕ ਧਰਮ ਹੈ ਇਹਨਾਂ ਦਾ। ਕਲੀਅਰ। ਇਹਨਾਂ ਦਾ ਧਰਮ ਹੈ ਕਿਹੜਾ, ਰੋਮਨ ਕੈਥੋਲਿਕ ਸਨ। ਠੀਕ ਹੈ। ਉਸ ਟਾਈਮ ਲੰਡਨ 'ਚ ਉਸ ਟਾਈਮ ਕੀ ਹੋਇਆ ਸੀ, ਲੰਡਨ 'ਚ ਇਹ ਚੀਜ਼ ਅਨਾਉਂਸ ਹੋ ਗਈ ਸੀ ਕਿ ਜਿਹੜੇ ਕੈਥੋਲਿਕ ਸਨ, ਇਹ ਵਾਲੀ ਕਾਸਟ ਦੇ ਲੋਕ ਸਨ, ਉਹਨਾਂ ਨੂੰ ਲੰਡਨ ਦੇ 10 ਮਾਈਲ ਦੇ ਏਰੀਆ ਵਿੱਚ, 10 ਮਾਈਲਸ ਦੇ ਏਰੀਆ ਵਿੱਚ ਰਹਿਣਾ ਅਲਾਉ ਨਹੀਂ ਸੀਗਾ। ਉਹਨਾਂ ਨੂੰ ਉੱਥੋਂ ਬਾਹਰ ਕੱਢ ਦਿੱਤਾ ਗਿਆ ਸੀ। ਜਿਹੜੀ ਇਸ ਕੈਟਾਗਰੀ ਦੇ ਲੋਕ ਸਨ, ਇਸ ਕਰਕੇ ਉਹਨਾਂ ਨੂੰ ਉੱਥੇ ਰਹਿਣਾ ਅਲਾਉ ਨਹੀਂ ਸੀਗਾ। ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਉਸ ਏਰੀਏ ਦੇ 10 ਮਾਈਲਸ ਤੱਕ ਤੁਸੀਂ ਉਸ ਏਰੀਆ 'ਚ ਨਹੀਂ ਰਹਿ ਸਕਦੇ। ਠੀਕ ਹੈ। ਇਸ ਕਰਕੇ ਕੀ ਹੋਇਆ ਸੀ, ਉਹਨਾਂ ਦੀ ਫੈਮਿਲੀ ਨੇ ਉੱਥੋਂ ਸ਼ਿਫਟ ਕਰ ਲਿਆ ਸੀ। ਉੱਥੋਂ ਸ਼ਿਫਟ ਕਰਕੇ ਕਿੱਥੇ ਚਲੇ ਗਏ ਸੀ ਉਹ, ਪੌਪਸਵੁੱਡ। ਕਿੱਥੇ, ਪੌਪਸਵੁੱਡ ਇਨ ਬਿਨਫੀਲਡ। ਕਿੱਥੇ ਗਏ ਸਨ, ਇਨ ਬਿਨਫੀਲਡ। ਕਿਹੜੀ ਜਗ੍ਹਾ ਤੇ, ਬਰਕਸ਼ਾਇਰ। ਠੀਕ ਹੈ। ਤੁਸੀਂ ਕੀ ਨਾਮ ਯਾਦ ਕਰੋਗੇ, ਪੌਪਸਵੁੱਡ। ਪੌਪ ਦੇ ਨਾਮ ਤੋਂ ਤੁਸੀਂ ਕਰ ਸਕਦੇ ਹੋ। ਅਲੈਗਜ਼ੈਂਡਰ ਪੌਪ ਕਿੱਥੇ ਚਲੇ ਗਏ ਸਨ, ਇੱਕ ਪਿੰਡ ਵਿੱਚ ਰਹਿਣ, ਕਿੱਥੇ, ਪੌਪਸਵੁੱਡ। ਕਿਹੜਾ ਵਿਲੇਜ ਸੀ, ਪੌਪਸਵੁੱਡ। ਕਿੱਥੇ ਸੀ ਉਹ, ਬਿਨਫੀਲਡ ਵਿੱਚ ਸੀ। ਕਿੱਥੇ ਸੀਗਾ ਉਹ, ਬਿਨਫੀਲਡ ਵਿੱਚ ਸੀ। ਠੀਕ ਹੈ, ਇਸ ਜਗ੍ਹਾ ਤੇ ਸੀਗਾ ਉਹ। ਕਲੀਅਰ। ਇਹਦਾ ਇੱਕ ਇਸ ਏਰੀਆ ਦਾ ਫੇਮਸ ਵਿਲੇਜ ਸੀਗਾ, ਦੈਟ ਇਜ਼ ਪੌਪਸਵੁੱਡ। ਉੱਥੇ ਰਹਿੰਦੇ ਸਨ। ਠੀਕ ਹੈ। ਕਿਹਦੇ ਅੰਦਰ ਆਉਂਦਾ ਸੀ ਉਹ, ਬਰਕਸ਼ਾਇਰ ਦੇ ਅੰਦਰ ਆਉਂਦਾ ਸੀਗਾ। ਬਸ ਉਸ ਏਰੀਆ ਤੋਂ ਦੂਰ ਜਾ ਕੇ ਉੱਥੇ ਰਹਿਣ ਲੱਗੇ ਸਨ। ਕਿਉਂਕਿ ਉਹਨਾਂ ਦੀ ਇਹਨਾਂ ਕਾਸਟ ਵਾਲੇ ਲੋਕਾਂ ਨੂੰ ਉੱਥੋਂ ਦੇ ਸਕੂਲਸ ਵਿੱਚ ਪੜ੍ਹਨਾ ਅਲਾਉ ਨਹੀਂ ਸੀ, ਉੱਥੇ ਦੇ ਸਕੂਲ, ਯੂਨੀਵਰਸਿਟੀ, ਕਾਲਜ ਵਿੱਚ ਪੜ੍ਹਨਾ ਅਲਾਉ ਨਹੀਂ ਸੀ। ਜਿਸ ਕਰਕੇ ਕੀ ਹੋਇਆ ਸੀ, ਉਹ ਰੁਕ ਗਏ ਸੀ। ਉਹਨਾਂ ਮਤਲਬ ਪਬਲਿਕ ਸਕੂਲਸ ਉਹ ਜੁਆਇਨ ਨਹੀਂ ਕਰ ਪਾਏ ਸੀ, ਉੱਥੋਂ ਦੇ ਪਬਲਿਕ ਸਕੂਲਸ ਉਹ ਜੁਆਇਨ ਨਹੀਂ ਕਰ ਪਾਏ ਸੀ, ਕਿਉਂਕਿ ਕੈਥੋਲਿਕਸ ਦੇ ਉੱਪਰ ਬੈਨ ਸੀ, ਰੋਕ ਲਗਾਇਆ ਜਾਂਦਾ ਸੀਗਾ। ਠੀਕ ਹੈ। ਡਿਸਪਾਈਟ ਥੀਸ ਲਿਮਿਟੇਸ਼ਨਸ, ਇਹਨਾਂ ਰੁਕਾਵਟਾਂ ਦੇ ਬਾਵਜੂਦ ਵੀ ਉਹਨਾਂ ਨੇ ਲੈਟਿਨ ਅਤੇ ਗ੍ਰੀਕ ਸਿੱਖਿਆ ਕਈ ਟਿਊਟਰਸ ਤੋਂ, ਜਿਹੜੇ ਟਿਊਟਰਸ ਘਰ ਪੜ੍ਹਾਉਂਦੇ ਸੀ ਉਹਨਾਂ ਕੋਲ ਜਾ ਕੇ ਉਹਨਾਂ ਨੇ ਸਿੱਖਿਆ। ਉਸ ਤੋਂ ਬਾਅਦ ਪੋਪ ਨੂੰ ਪੜ੍ਹਾਇਆ ਗਿਆ ਉਹਨਾਂ ਦੀ ਇੱਕ ਆਂਟੀ ਦੁਆਰਾ, ਉਹਨਾਂ ਦੇ ਇੱਕ ਆਂਟੀ ਨੂੰ ਨਾਮ ਪੜ੍ਹਾਇਆ। ਐਂਡ ਵੈਂਟ ਟੂ ਟ੍ਰਾਈਫੋਰਡ ਸਕੂਲ ਇਨ ਅਬਾਊਟ 1698-99 ਵਿੱਚ। ਕੁਝ ਉਹਦੇ ਸਕੂਲ ਸੀ ਜਿੱਥੇ ਬਿਲਕੁਲ ਨਹੀਂ ਅਲਾਉ ਕੀਤਾ ਜਾਂਦਾ ਸੀ, ਬਸ ਕਿਸੇ ਜਗ੍ਹਾ ਤੇ ਉਹ ਐਡਮਿਸ਼ਨ ਹੋ ਜਾਂਦੀ ਸੀ ਉਹਨਾਂ ਦੀ, ਤਾਂ ਉੱਥੇ ਜਾ ਕੇ ਉਹਨਾਂ ਨੇ ਸਕੂਲ ਜੁਆਇਨ ਕੀਤਾ। ਸਕੂਲ ਦਾ ਨਾਮ ਯਾਦ ਕਰ ਲਓ ਜੀ, ਇੱਥੋਂ ਨਿਕਲੇਗਾ ਸਾਡਾ ਐਮਸੀਕਿਊ। ਠੀਕ ਹੈ। ਕਿਹੜਾ ਸਕੂਲ, ਟ੍ਰਾਈਫੋਰਡ ਸਕੂਲ। ਕਦੋਂ, 1980-99 ਯਾਨੀ ਕਿ ਉਹਨਾਂ ਦਾ ਬਰਥ ਕਦੋਂ ਹੋਇਆ, 88 ਚ। ਉਸ ਤੋਂ 10 ਸਾਲ ਬਾਅਦ ਉਹਨਾਂ ਨੂੰ ਉਹ ਵਾਲੇ ਸਕੂਲ ਚ ਐਡਮਿਸ਼ਨ ਕਰਵਾਇਆ ਗਿਆ। ਠੀਕ ਹੈ ਜੀ। ਉਸ ਤੋਂ 1700 ਵਿੱਚ ਉਹਨਾਂ ਦੀ ਫੈਮਿਲੀ ਉੱਥੋਂ ਸ਼ਿਫਟ ਹੋ ਗਈ। ਬਰਥ ਹੋਇਆ 88 ਚ, ਸਕੂਲ ਚ ਗਏ 98 ਚ। ਠੀਕ ਹੈ ਜੀ। ਫੈਮਿਲੀ ਕਦੋਂ ਸ਼ਿਫਟ ਹੋਈ ਉਹਨਾਂ ਦੀ, 1700 ਵਿੱਚ। ਠੀਕ ਹੈ। ਕਿੱਥੇ, ਪੌਪਸਵੁੱਡ। ਕਿੱਥੇ, ਪੌਪਸਵੁੱਡ। ਕਲੀਅਰ। ਉਹਨਾਂ ਦੀ ਮਦਰ ਦਾ ਨਾਮ ਐਡਿਥ ਟਰਨਰ। ਇਹਨਾਂ ਨੇ ਜਦੋਂ ਇਹਨਾਂ ਨਾਲ ਅਲੈਗਜ਼ੈਂਡਰ ਨਾਲ ਸ਼ਾਦੀ ਕਰ ਲਈ ਤਾਂ ਉਹਨਾਂ ਦੀ ਲਾਈਫ ਟਰਨ ਹੋ ਗਈ। ਠੀਕ ਹੈ। ਟਰਨਿੰਗ ਪੁਆਇੰਟ ਆਇਆ ਉਹਨਾਂ, ਕਿਉਂ, ਉਹ ਇੱਕ ਫੇਮਸ ਰਾਈਟਰ ਦੇ ਮਦਰ ਬਣ ਗਏ। ਕਲੀਅਰ। ਓਕੇ। ਚਲੋ, ਉਹਨਾਂ ਦੇ ਫਾਦਰ ਕੀ ਸਨ, ਇੱਕ ਲਾਈਨਨ ਮਰਚੈਂਟ, ਕਲੋਥ ਮਰਚੈਂਟ, ਇੰਪੋਰਟ ਐਕਸਪੋਰਟ ਕਰਦੇ ਸੀ ਕੱਪੜੇ ਦਾ। ਚਲੋ ਨੈਕਸਟ ਵਨ। ਫਰੋਮ ਦਾ ਏਜ ਆਫ 12 ਯਾਨੀ ਕਿ 1998 ਵਿੱਚੋਂ ਗਏ ਨੇ। ਕਲੀਅਰ। 98 ਵਿੱਚੋਂ ਸਕੂਲ ਗਏ ਨੇ। ਦੇਖੋ
1688 सॉरी 1688 1698 ਵਿੱਚੋਂ ਸਕੂਲ ਗਏ ਯਾਨੀ ਕਿ 10 ਸਾਲ 10 11 ਸਾਲ ਦੇ ਸਕੂਲ ਜਾ ਲੱਗੇ ਠੀਕ ਹੈ ਬਟ 12 ਈਅਰ 올ਡ ਜਦੋਂ 12 ਸਾਲ ਦੇ ਸਨ 12 ਸਾਲ ਦੇ ਸਨ ਯਾਨੀ ਕਿ 1700 ਜਦੋਂ ਉਧਰ ਸ਼ਿਫਟ ਕੀਤੇ ਸਨ ਇੰਨੀ ਕੋਈ ਸੀ ਉਹਨਾਂ ਦੀ ਜਦੋਂ ਉਹਨਾਂ ਨੂੰ ਬਹੁਤ ਸਾਰੀ ਹੈਲਥ ਪ੍ਰੋਬਲਮਸ ਹੋ ਗਈ ਇੰਕਲੂਡਿੰਗ ਪੋਰਟ ਡਿਜ਼ੀਜ਼ ਕੀ ਹੁੰਦੀ ਹੈ ਟੀਬੀ ट्यूबरक्लोसिस ਜਿਹਨੂੰ ਕਿ ਟੀਬੀ ਵੀ ਬੋਲਿਆ ਜਾਂਦਾ ਟੀਬੀ ट्यूबरक्लोसिस ਉਹਨਾਂ ਨੂੰ ਪ੍ਰੋਬਲਮ ਸੀ ਕਲੀਅਰ ਸਪਾਈਨ ਦੀ ਪ੍ਰੋਬਲਮ ਸੀ ਉਹਨਾਂ ਨੂੰ a form of tuberculosis that affect the spine which deformed his body and stunted his growth ਉਹਨਾਂ ਨੂੰ ਸਪਾਈਨ ਦਾ ਪ੍ਰੋਬਲਮ ਹੋ ਗਿਆ ਸੀ ਸਪਾਈਨ ਦੇ ਜਿਹੜੇ ਮਣਕੇ ਹੁੰਦੇ ਆ ਉਹਨਾਂ ਦੀ ਪ੍ਰੋਬਲਮ ਹੋ ਗਈ ਸੀ ਕਿਹੜੀ ਏਜ ਚ 12 ਸਾਲ ਦੀ ਉਮਰ ਚ ਜਿਸ ਕਰਕੇ ਉਹਨਾਂ ਨੂੰ ਕੀ ਹੋ ਗਿਆ ਸੀ ਉਹਨਾਂ ਦੀ ਗਰੋਥ ਬੋਡੀ ਦੀ ਰੁਕ ਗਈ ਸੀ clear his tuberculosis infection caused other health problems ਹੋਰ ਵੀ ਉਹਨਾਂ ਨੂੰ ਬਹੁਤ ਸਾਰੀ ਹੈਲਥ ਪ੍ਰੋਬਲਮ ਹੋ ਗਈਆਂ ਜਿਵੇਂ ਰੈਸਪੀਰੇਟਰੀ ਡਿਫਿਕਲਟੀਜ਼ ਸਾਹ ਲੈਣ ਦੀ ਥੋੜੀ ਪ੍ਰੋਬਲਮ ਜ਼ਿਆਦਾ ਆਉਂਦੀ ਸੀ ਉਹਨਾਂ ਨੂੰ ਫੀਵਰ ਹੁੰਦਾ ਸੀ ਹਾਈ ਇਨਫਲੇਮਡ ਆਈਜ਼ ਸਵੈਲਿੰਗ ਹੋਈ ਹੁੰਦੀ ਸੀ ਐਂਡ ਐਬਡੋਮੀਨਲ ਪੇਨ ਉਹਨਾਂ ਦੇ ਐਬਡੋਮੀਨਲ ਪੇਨ ਸਟਮਕ ਇੱਕ ਵਾਰ ਉਹਨਾਂ ਦੇ ਰਹਿ ਜਾਂਦਾ ਸੀ ਠੀਕ ਹੈ ਸੋ ਇਸੇ ਰੀਜ਼ਨਸ ਕਰਕੇ ਉਹਨਾਂ ਦੀ ਬੋਡੀ ਦੀ ਗਰੋਥ ਨਹੀਂ ਹੋ ਪਾਈ ਇਸ ਕਰਕੇ ਉਹਨਾਂ ਦੀ ਹਾਈਟ ਕਿੱਥੇ ਰਹੂਗੀ 4 feet 5 inches यानी कि उन्होंने हाइट की सी 4 feet 6 इंचेस उन्होंने हाइट सी क्यों क्योंकि उन्होंने ट्यूबरक्लोसिस हो गया सी केड़ी एज च 12 साल की उम्र च 12 साल की उम्र च उन्होंने हो गया सी जिस करके उन्होंने स्टंट हो गई सी उन्होंने ग्रोथ क्लियर ये वाला कांसेप्ट याद रखोगे 1688 ਵਿੱਚ ਉਹਨਾਂ ਦਾ ਬਰਥ ਹੋਇਆ 99 ਵਿੱਚ ਸਕੂਲ ਗਏ ਸਕੂਲ ਜੁਆਇਨ ਕੀਤਾ ਕਲੀਅਰ ਸਕੂਲ ਦਾ ਨਾਮ ਯਾਦ ਕਰੋ ਉਸ ਤੋਂ ਬਾਅਦ 1700 ਵਿੱਚ ਉਹਨਾਂ ਦੀ ਫੈਮਿਲੀ ਨੇ ਉੱਥੇ ਸ਼ਿਫਟ ਕੀਤਾ ਤੇ ਉਸੇ ਸਾਲ ਦੇ ਵਿੱਚ ਆਈ ਲਗਾ ਲਓ ਜਦੋਂ 12 ਸਾਲ ਦੇ ਸਾ ਤਾਂ ਉਹਨਾਂ ਨੂੰ ਕੀ ਹੋ ਗਿਆ ਸੀ ਟਿਊਬਰਕਲੋਸਿਸ ਹੋ ਗਿਆ ਠੀਕ ਹੈ ਕਲੀਅਰ ਚਲੋ Pope came into contact with the figures from London literary society such as ਹੌਲੀ ਹੌਲੀ ਜਿਵੇਂ ਉੱਥੇ ਰਹਿੰਦੇ ਸਨ ਉਹ ਲੋਕਾਂ ਦੇ ਕੰਟੈਕਟ ਚ ਆਉਣ ਲੱਗ ਗਏ ਉਹਨਾਂ ਨੇ ਬਹੁਤ ਸਾਰੇ ਫਰੈਂਡਸ ਬਣਾਏ ਇਸ ਲਈ ਉਹ ਬਹੁਤ ਫੇਮਸ ਨੇ ਉਹਨਾਂ ਦੇ ਬਹੁਤ ਸਾਰੇ ਫਰੈਂਡਸ ਸੀ ਉਹਨਾਂ ਨੇ ਬਹੁਤ ਅੱਛਾ ਫਰੈਂਡ ਸਰਕਲ ਬਣਾਇਆ ਜਿਸ ਕਰਕੇ ਉਹ ਕਿੰਨੀ ਕੰਪਨੀ ਵਿੱਚ ਆਏ ਵਿਲੀਅਮ ਕੌਂਗਰਿਫ ਸੈਮੂਅਲ ਗਾਰਥ ਐਂਡ ਵਿਲੀਅਮ ਟਰੰਬਲ ਇਹ ਉਹਨਾਂ ਦੀ ਕੰਪਨੀ ਚ ਆਈ ਕਿੱਥੇ ਜਾ ਕੇ ਉਹ ਫਰੋਮ ਲੰਡਨ ਦੇ ਲਿਟਰੇਰੀ ਸੁਸਾਇਟੀ ਵਿੱਚੋਂ ਉਹਨਾਂ ਨਾਲ ਇਹਨਾਂ ਦੇ ਕੰਟੈਕਟ 'ਚ ਆ ਗਏ ਠੀਕ ਹੈ ਐਟ ਬਿਨਫੀਲਡ ਹੀ ਮੇਡ ਮੈਨੀ ਇੰਪੋਰਟੈਂਟ ਫਰੈਂਡਸ ਦੇਖੋ ਆ ਜਗ੍ਹਾ ਦਾ ਨਾਮ ਹੈ ਆਪਾਂ ਕਰਕੇ ਹਟੇ ਪੌਪਸਵੁੱਡ ਦੇ ਕਿੱਥੇ ਰਹਿੰਦੇ ਸੀ ਪੌਪਸਵੁੱਡ ਵਿਲੇਜ ਕਿਹੜੇ ਏਰੀਆ ਚ ਆਂਦਾ ਸੀ ਉਹ ਬਿਨਫੀਲਡ ਦੇ ਏਰੀਆ ਚ ਆਂਦਾ ਸੀ ਬਿਨਫੀਲਡ ਜਦੋਂ ਰਹਿੰਦੇ ਸੀ ਉੱਥੇ ਉਹਨਾਂ ਨੇ ਬਹੁਤ ਸਾਰੇ ਇੰਪੋਰਟੈਂਟ ਫਰੈਂਡਸ ਬਣਾਏ ਜਿਨ੍ਹਾਂ ਚੋਂ ਇੱਕ ਕੌਣ ਸੀ ਜੋਹਨ ਕੈਰਲ ਜਿਨ੍ਹਾਂ ਦਾ ਇੰਪੋਰਟੈਂਟ ਰੋਲ ਸੀ ਉਹਨਾਂ ਦੇ ਫਰਸਟ ਵਰਕ ਵਿੱਚ ਜਿਹੜਾ ਉਹਨਾਂ ਨੇ ਫਰਸਟ ਵਰਕ ਕੀਤਾ ਸੀ ਉਹਦੇ ਚ ਉਹਨਾਂ ਦਾ ਇੰਪੋਰਟੈਂਟ ਰੋਲ ਸੀ he was 20 years older than the poet ਮਤਲਬ ਪੋਪ ਨਾਲੋਂ 20 ਸਾਲ ਉਹ ਵੱਡੇ ਸਨ ਉਹਨਾਂ ਦੇ ਕੰਟੈਕਟ ਚ ਆ ਗਏ ਉਹ ਫਰੈਂਡ ਬਣਾਏ ਉਹਨਾਂ ਨੂੰ and he made many acquaintances in the London literary world ਜਿਹੜੇ ਇਹ ਵਾਲੇ ਸਨ ਜੋਹਨ ਕੈਰਲ ਇਹਨਾਂ ਨੇ ਕਾਫੀ ਨੌਲੇਜ ਗੇਨ ਕੀਤੀ ਸੀ ਲਿਟਰੇਚਰ ਦੇ ਬਾਰੇ ਕਾਫੀ ਉੱਥੇ ਉਹਨਾਂ ਨੇ ਵਰਕ ਕੀਤਾ ਸੀ ਉਸ ਬਾਰੇ ਠੀਕ ਹੈ ਜੀ ਸੋ ਨੈਕਸਟ ਹੀ ਇੰਟਰੋਡਿਊਸ ਦਾ ਯੰਗ ਪੋਪ ਉਹਨਾਂ ਨੇ ਪੋਪ ਨੂੰ ਇੰਟਰੋਡਿਊਸ ਕਰਤਾ ਕਿੰਦੇ ਨਾਲ ਟੂ ਦਾ ਏਜਿੰਗ ਪਲੇਰਾਈਟ ਕਿਹੜੇ ਪਲੇਰਾਈਟ ਨਾਲ ਵਿਲੀਅਮ ਵਿਚਰਲੇ ਕਿੰਨੇ ਇੰਟਰੋਡਿਊਸ ਕੀਤਾ ਜੋਹਨ ਕੈਰਲ ਨੇ ਇੰਟਰੋਡਿਊਸ ਕਰਤਾ ਜੀ ਕਿੰਨੂੰ ਪੋਪ ਨੂੰ ਕਿਹੜੇ ਪਲੇਰਾਈਟ ਨਾਲ ਵਿਲੀਅਮ ਵਿਚਰਲੇ ਠੀਕ ਹੈ ਜੀ ਐਂਡ ਟੂ ਵਿਲੀਅਮ ਵਾਲਸ਼ ਦੋ ਨਾਮ ਨੇ ਦੋਨੋਂ ਨਾਮ ਯਾਦ ਕਰੋ ਜੀ ਵਿਲੀਅਮ ਵਾਲਸ਼ ਐਂਡ ਵਿਲੀਅਮ ਵਿਚਰਲੇ ਕਲੀਅਰ ਉਸ ਤੋਂ ਬਾਅਦ ਇਹ ਮਾਈਨਰ ਪੋਇਟ ਇਹ ਵਾਲੇ ਤੇ ਇੱਕ ਮਾਈਨਰ ਪੋਇਟ ਸਨ who helped ਜਿਨ੍ਹਾਂ ਨੇ ਹੈਲਪ ਕੀਤੀ ਪੋਪ ਰਿਵਾਈਜ਼ ਹਿਸ ਫਰਸਟ ਮੇਜਰ ਵਰਕ ਉਹਨਾਂ ਦੇ ਕਰਕੇ ਹੀ ਉਹਨਾਂ ਨੇ ਫਰਸਟ ਮੇਜਰ ਵਰਕ ਕੀਤਾ ਆਪਣਾ ਕਿਹੜੇ ਵਾਲਾ ਦ ਪੈਸਟੋਰਲਸ ਨਾਮ ਯਾਦ ਕਰੋ ਵਾਟ ਇਜ਼ ਦ ਨੇਮ ਦ ਪੈਸਟੋਰਲਸ ਕਿਨੇ ਹੈਲਪ ਕੀਤਾ ਸੀ ਵਿਲੀਅਮ ਵਿਚਰਲੇ ਐਂਡ ਵਿਲੀਅਮ ਵਾਲਸ਼ ਨੇ ਹੈਲਪ ਕੀਤਾ ਸੀ ਫਰਸਟ ਪਬਲਿਸ਼ ਪੋਇਮ ਸੀ ਕਦੋਂ 2 ਮਈ ਅਸੀਂ ਪੜਿਆ ਹੈ ਕਿ ਮਈ ਦੇ ਮੰਥ ਵਿੱਚ ਇਹਨਾਂ ਦਾ ਬਰਥ ਹੋਇਆ ਸੀ ਤੇ ਮਈ ਵਿੱਚ ਹੀ ਇਹਨਾਂ ਨੇ ਪਬਲਿਸ਼ ਕੀਤਾ ਸੀਗਾ 1709 ਹੁਣ ਦੁਬਾਰਾ ਆਪਾਂ ਡੇਟਸ ਯਾਦ ਕਰਦੇ ਹਾਂ ਦੇਖੋ 1688 ਚ ਇਹਨਾਂ ਦਾ ਬਰਥ ਹੋਇਆ 99 ਵਿੱਚ ਇਹਨਾਂ ਨੇ ਸਕੂਲ ਜੁਆਇਨ ਕੀਤਾ ਠੀਕ ਹੈ 1700 ਵਿੱਚ ਇਹਨਾਂ ਨੇ ਉੱਥੋਂ ਸ਼ਿਫਟ ਕਰ ਲਿਆ ਠੀਕ ਹੈ ਉਹ ਕਿੱਥੇ ਚਲੇ ਗਏ ਜੀ ਵੁੱਡਸ ਚਲੇ ਗਏ ਠੀਕ ਹੈ ਪੌਪ ਵੁੱਡਸ ਚਲੇ ਗਏ ਠੀਕ ਹੈ ਬਿਨਫੀਲਡ ਵਿੱਚ ਚਲੇ ਗਏ ਉਸ ਤੋਂ ਬਾਅਦ ਉਹਨਾਂ ਨੂੰ ਟਿਊਬਰਕਲੋਸਿਸ ਹੋ ਗਿਆ ਉਹਨਾਂ ਨੂੰ ਹੋ ਗਈ ਪ੍ਰੋਬਲਮ ਠੀਕ ਹੈ ਫਿਰ ਉਸ ਤੋਂ ਬਾਅਦ 1709 ਵਿੱਚ ਉਹਨਾਂ ਨੇ ਪਹਿਲੀ ਆਪਣੀ ਪਬਲਿਸ਼ ਕੀਤੀ ਪੋਇਮ ਕਿਹੜੀ ਦ ਪੈਸਟੋਰਲਸ ਧਿਆਨ ਨਾਲ ਪੜੋ ਇਸ ਚੀਜ਼ ਚਲੋ ਓਕੇ ਕਿੰਨਾ ਦੀ ਹੈਲਪ ਨਾਲ ਦੋ ਰਾਈਟਰਸ ਦੀ ਹੈਲਪ ਨਾਲ ਕਲੀਅਰ
चलो विलियम विचरले एंड एक होर नाम सी जिहड़ा सी कीता दैट इज विलियम वाल्श, नोट करते जाओ नाल। ही हैड मेनी फीमेल फ्रेंड्स, बहुत सारे फीमेल फ्रेंड्स सी बट ही नेवर मैरिड, मैरिज नहीं कराई सी उन्होंने, ठीक है। चलो इट हैज बीन एलेक्टेड, ये किया जाता है, ये उन्हां ते दोष लगाया जाता है या फिर एक चीज उन्हां बारे कथित है दैट हिज लाइफ लॉन्ग फ्रेंड, इनका नाम याद कर लो बई, इत्थे तुहाडा क्वेश्चन बन सकता है, मार्था ब्लाउंट, मार्था ब्लाउंट की नाम है, मार्था ब्लाउंट वाज हिज लव, उन्हां दी लाइफ लॉन्ग फ्रेंड या कह लो बेस्ट फ्रेंड कह लो मार्था ब्लाउंट ਜਿਹੜੀ ਉਹਨਾਂ ਨਾਲ ਰਹੀ ਹਮੇਸ਼ਾ, ਇਹ ਕਿਹਾ ਜਾਂਦਾ ਹੈ ਕਿ she was his love, ਉਹਨੂੰ ਪਿਆਰ ਕਰਦੇ ਸਨ ਬਟ ਉਹਨਾਂ ਨੇ ਮੈਰਿਜ ਨਹੀਂ ਕੀਤੀ ਸੀ। to whom Pope addressed some of the most memorable of his poems, ਕੀ ਕੀਤਾ ਸੀ ਉਹਨਾਂ ਨੇ ਇਸ ਲੜਕੀ ਨੂੰ ਹੀ ਬਹੁਤ ਸਾਰੀਆਂ ਆਪਣੀਆਂ ਪੋਮਸ ਕੀ ਕੀਤੀਆਂ ਸੀ, ਉਹਨਾਂ ਦੇ ਕਾਰਨ ਹੀ ਲਿਖੀਆਂ ਸਨ, ਉਹਨਾਂ ਨੂੰ ਹੀ ਡੈਡੀਕੇਟ ਕੀਤੀਆਂ ਸੀ, ਉਹਨਾਂ ਦੇ ਨਾਮ ਲੈ ਕੇ ਲਿਖੀਆਂ ਸਨ। and to whom he bequeathed most of his property, bequeathed मतलब उन्होंने की करता सी ज्यादातर अपनी प्रॉपर्टी दा हिस्सा उन्होंने दे नाम करता सी। किसी डेथ होने तो पहला इंसान की करता अपनी प्रॉपर्टी किसी ਨੂੰ ਦਿੰਦਾ ਹੈ, ਕਿਸੇ ਦਾ ਨਾਮ ਕਰ ਦਿੰਦਾ ਹੈ, ਤਾਂ ਉਹਨਾਂ ਨੇ ਕਿਹਦੇ ਨਾਮ ਕੀਤਾ ਸੀ, ਮਾਰਥਾ ਬਲਾਉਂਟ, she was his lifelong friend, ਇਸ ਨਾਮ ਨੂੰ ਯਾਦ ਕਰ ਲਓ ਚੰਗੀ ਤਰ੍ਹਾਂ, ਠੀਕ ਹੈ ਜੀ। ਚਲੋ ਨੈਕਸਟ ਆ ਜਾਓ, ਹੁਣ ਅਸੀਂ ਗੱਲ ਕਰਦੇ ਹਾਂ ਬੈਸਟ ਨੋਨ ਫॉर ਹਿਸ ਪੋਮਸ, ਕਿਹੜੇ ਬੈਸਟ ਵਰਕ ਸੀ। ਉਸ ਤੋਂ ਬਾਅਦ ਅਗਲੀ ਕਲਾਸ 2 ਵਿੱਚ ਇਹਦੇ ਬਾਰੇ ਅਸੀਂ ਹੋਰ ਡਿਟੇਲਸ ਪੜਾਂਗੇ, ਇਹਨਾਂ ਦੇ ਵਰਕਸ ਜੋ ਵੀ ਕਰੈਕਟਰ ਜੋ ਵੀ ਇੰਪੋਰਟੈਂਟ ਚੀਜ਼ਾਂ ਇਹਨਾਂ ਨੂੰ ਹੋਰ ਪੜਾਂਗੇ, ਠੀਕ ਹੈ। चलो सब तो पहले इंपॉर्टेंट दैट इज एन एसे ऑन क्रिटिसिज्म, मैंने क्लास चाहते एक तो कोट दसिया सी केड़ा, अ लिटिल नॉलेज इज अ डेंजरस थिंग, आप कहावत पढ़ते ही है वाली, अधूरी जानकारी डेंजरस होती है, ये वाली जी किंदा किंदी लाइंस है, केड़े उन्हां दे वर्क दी लाइन है, एन एसे ऑन क्रिटिसिज्म, एन एसे ऑन क्रिटिसिज्म 1711 सब तो पहला केड़ा सीगा पोएम उन्हां दी पब्लिश हुई सी, द पेस्टोरल्स, केड़ी पब्लिश हुई सी, द पेस्टोरल्स, कदों 1709, 1709 कदों हुई सी, 1709 विच हुई सी। 1711 विच केड़ा आया सी उन्हां दा बेस्ट नोन वर्क दैट इज एन एसे ऑन क्रिटिसिज्म। उदों बाद फर्स्ट मेजर वर्क कितनी एज च 23 ए, क्लियर। चलो आ जेडे कोर्स है ना, a little learning, मैं ਤੁਹਾਨੂੰ ਕਿਹਾ ਸੀ a little knowledge, ਆਪਾਂ ਬੋਲਦੇ ਹਾਂ a little knowledge ਜ਼ਿਆਦਾ ਯੂਜ਼ ਕੀਤਾ, ਬਟ ਜਿਹੜਾ ਐਕਚੁਅਲ ਚ ਸੀਗਾ ਉਹ ਇਹ ਸੀਗਾ a little learning is a dangerous thing। ਇਹ ਕੋਟ ਕਿੰਦਾ ਹੈ, an essay on criticism, ਕਿੰਦੇ ਦੁਆਰਾ ਲਿਖਿਆ ਗਿਆ, ਅਲੈਗਜ਼ੈਂਡਰ ਪੋਪ ਦੁਆਰਾ। ਅਲੈਗਜ਼ੈਂਡਰ ਪੋਪ ਕੌਣ ਨੇ, 18th ਸੈਂਚੁਰੀ ਦੇ अर्ਲੀ 18th ਸੈਂਚੁਰੀ ਦੇ ਫੇਮਸ ਪੋਇਟ ਨੇ, ਫੇਮਸ ਰਾਈਟਰ ਨੇ, क्लियर। ਉਹਨਾਂ ਦੇ ਫਾਦਰ ਦਾ ਨਾਮ ਵੀ ਕੀ ਸੀ, ਅਲੈਗਜ਼ੈਂਡਰ ਪੋਪ। नेक्स्ट एक होर आ फेमस, आ तो बहुत ही ज्यादा फेमस कोट है, आप पढ़ते हैं जो गूगल थे, टू एर इज ह्यूमन, एर मतलब एरर, मिस्टेक, गलती, गलतियां इंसान ही करता है। टू फॉरगिव डिवाइन, जेड़ा उन्हें माफ करता है वो भगवान होंदा है, आप कहते नहीं गलतियां तो इंसान करता है पर जेड़ा उन्हें माफ कर दिंदा है वो भगवान होंदा है। ये वाली जिहड़ी कोट है, ये वाली जिहड़ी कहावत है, ये जिहड़ी प्रवर्ब है, ये किंदे द्वारा लिखी गई है, ये अलेक्जेंडर पोप द्वारा लिखी गई है। ये क्वेश्चन बन सकता है तुहाडे एग्जाम च, ठीक है जी। अलेक्जेंडर पोप द्वारा किंदे च एन एसे ऑन क्रिटिसिज्म कदों आया, 1711, 1711। नेक्स्ट आओ द रेप ऑफ द लॉक, आ देखो देख सकते हो तुसी, द रेप ऑफ द लॉक, क्लियर, कदों आया 1712, 1712 1740 तक चलिया, ठीक है। मोक एपिक, मोक मतलब हास्य वाला, मखौल वाला, महाकाव्य, एपिक मतलब महाकाव्य, महाकाव्य ताई तो 2 साल ਲਈ ਕੀਤਾ ਨਾ ਇੱਥੇ ਕੰਮ ਇਹਦੇ ਤੇ। चलो द रेप ऑफ द लॉक, द रेप ऑफ द लॉक, ठीक है। द पोम द रेप ऑफ द लॉक इज अ मोक heroic epic and a masterpiece, ये masterpiece है भी ਉਹਨਾਂ ਦਾ ਅਲੈਗਜ਼ੈਂਡਰ ਪੋਪ ਦਾ। ਕਦੋਂ 712 ਵਿੱਚ, 1709 ਚ ਆਇਆ ਪਹਿਲਾਂ ਦ ਪੈਸਟੋਰਲਸ, ਉਹਨਾਂ ਨੇ ਆਪਣੇ ਫਰੈਂਡਸ ਦੀ ਹੈਲਪ ਨਾਲ ਲਿਖਿਆ, ਵਿਲੀਅਮ, 2 ਵਿਲੀਅਮ ਦੇ ਨਾਮ ਦੱਸੇ ਤੁਹਾਨੂੰ, ਠੀਕ ਹੈ। ਉਦੋਂ ਬਾਅਦ 1711 ਵਿੱਚ ਆਇਆ, ठीक है। उदों बाद आया 1712 ਵਿੱਚ। नेक्स्ट आ जाओ डंसियट 1728, ਜਿਹੜਾ ਮੇਜਰ ਉਹਨਾਂ ਦਾ ਵਰਕ ਹੈ, ਠੀਕ ਹੈ। ਮੇਜਰ ਬਹੁਤ ਜ਼ਿਆਦਾ ਇੰਪੋਰਟੈਂਟ ਵਰਕਸ ਹੁੰਦੇ ਨਾ, ਉਹਨਾਂ ਦੇ ਕੰਮ ਜ਼ਿਆਦਾ ਕਰੋ। ਐਨ ਐਸੇ ਔਨ ਮੈਨ, ਐਨ ਐਸੇ ਔਨ ਮੈਨ ਇਜ਼ ਵੈਰੀ ਇੰਪੋਰਟੈਂਟ, 1733 to 34 ਦੇਖ ਸਕਦੇ ਹੋ ਨਾ ਤੁਸੀਂ ਅੱਛੀ ਤਰ੍ਹਾਂ, ਕਲੀਅਰ, ਓਕੇ ਗਾਇਸ। ਚਲੋ ਹੁਣ ਆਪਾਂ ਇਹਨਾਂ ਦੇ ਟਰਮਸ ਨੂੰ ਥੋੜਾ ਰੀਕਾਲ ਕਰਦੇ ਆ। 1688 ਵਿੱਚ ਇਹਨਾਂ ਦਾ ਬਰਥ ਹੋਇਆ, ਅਲੈਗਜ਼ੈਂਡਰ ਪੋਪ ਦਾ, ਅਲੈਗਜ਼ੈਂਡਰ ਪੋਪ ਦਾ ਬਰਥ ਹੋਇਆ ਕਿੱਥੇ ਹੋਇਆ, ਲੰਡਨ ਚ ਹੋਇਆ। ਇਹਨਾਂ ਦੇ ਫਾਦਰ ਅਲੈਗਜ਼ੈਂਡਰ ਪੋਪ
ਸੀਨੀਅਰ, ਠੀਕ ਹੈ ਜੀ। ਉਹ ਕੀ ਸਨ? ਲਾਇਨਲ ਮਰਚੈਂਟ ਸਨ। ਮਦਰ ਐਡਿਸਨ, ਐਡਿਥ ਟਰਨਰ, ਠੀਕ ਹੈ ਜੀ। ਓਕੇ, ਉਹ ਸੈਕਿੰਡ ਵਾਈਫ ਸੀ ਉਹਨਾਂ ਦੇ। ਓਕੇ ਹੈ 1688 ਵਿੱਚ। ਉਦੋਂ ਬਾਅਦ ਉੱਥੇ ਜ਼ਿਆਦਾ ਜਿਹੜੇ ਕੈਥੋਲਿਕ ਰੋਮਨ ਸਨ, ਠੀਕ ਹੈ, ਰੋਮਨ ਕੈਥੋਲਿਕ ਸਨ, ਉਹਨਾਂ ਦੀ ਕਾਸਟ ਸੀ, ਤਾਂ ਉਹਨਾਂ ਨੂੰ ਅਲਾਉ ਨਹੀਂ ਸੀ ਉੱਥੋਂ ਸਟੱਡੀ ਹਾਸਲ ਕਰਨਾ, ਫਿਰ ਵੀ ਉਹਨਾਂ ਨੇ ਪੜ੍ਹਾਈ ਕੀਤੀ। 1700 ਚ ਉਹਨਾਂ ਨੂੰ 1698-99 ਵਿੱਚ ਸਕੂਲ 'ਚ ਭੇਜਿਆ ਗਿਆ, ਸਕੂਲ 'ਚ ਭੇਜਿਆ ਗਿਆ। ਕਲੀਅਰ। ਉਦੋਂ ਬਾਅਦ ਸਕੂਲ ਦਾ ਨਾਮ ਯਾਦ ਰੱਖਣਾ ਤੁਸੀਂ। ਵਾਪਿਸ ਆ ਜਾਓ, ਰਿਵਾਈਜ਼ ਕਰਦੇ ਹਾਂ ਆਪਾਂ। ਜਦੋਂ ਇਹ ਚੀਜ਼ਾਂ ਤੁਸੀਂ ਬਾਰ-ਬਾਰ ਰੀਕਾਲ ਕਰ ਲਓਗੇ 2-3 ਵਾਰੀ। ਦੇਖੋ ਜੀ, ਟਾਈਫੋਰਡ ਸਕੂਲ, ਕਿਹੜਾ ਸਕੂਲ? ਟਾਈਫੋਰਡ ਸਕੂਲ। ਕਦੋਂ? 1698-99 ਚ। ਓਕੇ, ਠੀਕ ਹੈ। ਉਦੋਂ ਬਾਅਦ 17 ਚ ਉਹਨਾਂ ਦੀ ਫੈਮਿਲੀ ਮੂਵ ਕਰ ਗਈ ਕਿੱਥੇ? ਪੌਪਸਵੁੱਡ ਵਿੱਚ। ਕਿੱਥੇ ਸੀ ਉਹ? ਬਿਨਫੀਲਡ ਵਿੱਚ ਸੀਗਾ, ਠੀਕ ਹੈ। ਉਸ ਤੋਂ ਬਾਅਦ 12 ਸਾਲ ਦੀ ਉਮਰ ਵਿੱਚ, 12 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਕੀ ਹੋ ਗਿਆ ਜੀ? ਟਿਊਬਰਕਲੋਸਿਸ ਹੋ ਗਿਆ, ਟਿਊਬਰਕਲੋਸਿਸ ਹੋ ਗਿਆ। 1700 ਵਿੱਚ, ਯਾਨੀ ਕਿ ਉਹ ਉੱਥੇ ਮੂਵ ਕੀਤੇ ਨੇ, ਬਸ ਉਦੋਂ ਬਾਅਦ ਹੀ ਉਹਨਾਂ ਨੂੰ ਟਿਊਬਰਕਲੋਸਿਸ ਹੋ ਗਿਆ। ਓਕੇ, ਉਸ ਤੋਂ ਬਾਅਦ 1709 ਵਿੱਚ ਉਹਨਾਂ ਦੇ ਪਹਿਲੀ ਦਾ ਪੈਸਟੋਰਲਸ ਆਇਆ, ਉਹਨਾਂ ਦੀ ਪਹਿਲੀ ਪੋਮ ਆ ਗਈ। 2 ਵਿਲੀਅਮ ਸੀ, ਉਹਨਾਂ ਨੇ ਹੈਲਪ ਕੀਤੀ। ਬਟ ਉਸ ਤੋਂ ਪਹਿਲਾਂ ਅਸੀਂ ਕੁਝ ਹੋਰ ਪੜ੍ਹ ਕੇ ਹਟੇ ਹਾਂ ਜੀ, ਧਿਆਨ ਨਾਲ ਪੜ੍ਹੋ ਇਸ ਬਾਰੇ। ਜਿਹੜਾ ਮੈਂ ਤੁਹਾਨੂੰ ਕਿਹਾ ਕਿ ਇੱਥੇ ਤੁਹਾਡਾ ਐਮਸੀਕਿਊ ਬਣ ਸਕਦਾ ਹੈ, ਦੈਟ ਇਜ਼ ਮਾਰਥਾ ਬਲਾਉਂਟ। ਮਾਰਥਾ ਬਲਾਉਂਟ ਵਾਸ ਹਿਸ ਕਲੋਜ਼ ਫਰੈਂਡ, ਲਾਈਫ ਲੌਂਗ ਫਰੈਂਡ। ਉਹਨਾਂ ਨੇ ਆਪਣੀ ਰਾਈਟਿੰਗਸ ਉਹਨਾਂ ਨੂੰ ਡੈਡੀਕੇਟ ਕੀਤੀ, ਐਂਡ ਮੋਰ ਓਵਰ ਕਾਫੀ ਪ੍ਰੋਪਰਟੀ ਵੀ ਉਹਨਾਂ ਨੇ ਨਾਮ ਕਰਤੀ, ਉਹਨਾਂ ਨੂੰ ਦਿੱਤੀ ਸੀ, ਠੀਕ ਹੈ ਜੀ। ਬਹੁਤ ਸਾਰੇ ਫਰੈਂਡਸ ਹਨ। ਬਟ ਅਗਰ ਅਸੀਂ ਗੱਲ ਕਰੀਏ, ਜਿਹੜਾ ਉਹਨਾਂ ਨੇ ਵਿਨਫੀਲਡ ਵਿੱਚ ਬਹੁਤ ਸਾਰੇ ਫਰੈਂਡਸ ਬਣਾਏ, ਜਿਨ੍ਹਾਂ ਚੋਂ ਇੱਕ ਕੌਣ ਸੀ? ਜੋਹਨ ਕੈਰਲ। ਉਹਨਾਂ ਤੋਂ ਕਿੰਨੇ ਸਾਲ ਵੱਡਾ ਸੀ? 20 ਸਾਲ। ਉਹਨਾਂ ਨੇ ਅੱਗੋਂ ਇੰਟਰੋਡਿਊਸ ਕਰਾਇਆ ਉਹਨਾਂ ਨੂੰ ਕਿਸ ਨਾਲ? ਵਿਲੀਅਮ ਵਿਚਰਲੇ ਐਂਡ ਵਿਲੀਅਮ ਵਾਲਸ਼। ਵਿਲੀਅਮ ਵਾਲਸ਼ ਐਂਡ ਵਿਲੀਅਮ ਵਿਚਰਲੇ। ਦੇਖੋ WW ਤੇ ਹੀ ਹੈ, 4 W ਹੈ। ਕਲੀਅਰ। ਵਿਲੀਅਮ ਵਿਚਰਲੇ, ਵਿਲੀਅਮ ਵਾਲਸ਼, ਇਹਨਾਂ ਨਾਲ ਇੰਟਰੋਡਿਊਸ ਕਰਾਇਆ, ਜਿਨ੍ਹਾਂ ਦੀ ਹੈਲਪ ਨਾਲ ਉਹਨਾਂ ਨੇ ਕੀ ਕੀਤਾ? ਆਪਣਾ ਜੀ ਪਹਿਲੀ ਪੋਇਮ ਪਬਲਿਸ਼ ਕੀਤੀ, ਦੈਟ ਇਜ਼ ਦ ਪੈਸਟੋਰਲਸ, ਦ ਪੈਸਟੋਰਲਸ, ਠੀਕ ਹੈ। ਉਸ ਤੋਂ ਬਾਅਦ ਚਲੋ ਜੀ ਅੱਗੋਂ ਆ ਗਿਆ ਸਭ ਤੋਂ ਪਹਿਲੇ 1711 ਵਿੱਚ, ਜਿੰਦੇ ਕਰਕੇ ਉਹ ਬਹੁਤ ਜ਼ਿਆਦਾ ਫੇਮਸ ਹੋਏ ਦਾ। ਉਸ ਤੋਂ ਬਾਅਦ ਕਿਹੜਾ ਆਇਆ? ਐਨ ਐਸੇ ਔਨ ਕ੍ਰਿਟਿਸਿਜ਼ਮ। ਇਹਦੇ ਫੇਮਸ ਕੋਟਸ ਯਾਦ ਕਰ ਲਓ, ਪੁੱਛਿਆ ਜਾ ਸਕਦਾ ਹੈ ਕਿ ਇਹ ਫੇਮਸ ਕੋਟਸ ਕਿਹੜੇ ਰਾਈਟਰ ਦੇ ਨੇ, ਕਿੱਥੇ ਵਿੱਚ ਨੇ, ਕਿਹੜੀ ਰਾਈਟਿੰਗ ਦੇ, ਕਿਹੜੇ ਵਰਕ ਵਿੱਚੋਂ ਨੇ, ਠੀਕ ਹੈ ਜੀ। ਕਿੰਨੀ ਏਜ ਵਿੱਚ ਲਿਖਿਆ ਉਹਨਾਂ ਨੇ? ਐਨ ਐਸੇ ਔਨ ਕ੍ਰਿਟਿਸਿਜ਼ਮ, ਦੈਟ ਇਜ਼ 23 ਈਅਰ 올ਡ। ਕਿੰਨੇ ਸਾਲ ਦੇ ਸੀ ਉਹ? 23 ਸਾਲ ਦੇ ਸਨ ਉਸ ਟਾਈਮ, ਠੀਕ ਹੈ ਜੀ। ਉਸ ਮਹਾਕਾਵ ਕਿਹੜਾ ਸੀ ਉਹਨਾਂ ਦਾ? ਦ ਰੇਪ ਆਫ ਦ ਲੌ, ਦ ਰੇਪ ਆਫ ਦ ਲੌ, 1712 ਤੋਂ 1714। ਕਲੀਅਰ, ਇਹ ਡੇਟ ਯਾਦ ਰੱਖੋਗੇ। ਚਲੋ ਨੈਕਸਟ ਹੈ ਜੀ ਡਾਂਸੀਅਰ, ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਇਹ ਮੈंने ਸਿਰਫ ਅਜੇ ਤੁਹਾਨੂੰ ਇੰਪੋਰਟੈਂਟ ਕਰਵਾਇਆ, ਫਰਦਰ ਅੱਗੇ ਹੋਰ ਕਰਾਂਗੇ। ਬਾਕੀ ਇਹਨਾਂ ਦੇ PDF ਡਾਊਨਲੋਡ ਕਰ ਸਕਦੇ ਹੋ ਤੁਸੀਂ ਸਟੋਰ ਤੋਂ, ਐਪ ਦੇ ਉੱਪਰੋਂ, ਠੀਕ ਹੈ। PDF ਡਾਊਨਲੋਡ ਕਰ ਲਓ ਜੀ। MCQs ਲਗਾਓ ਅਲੱਗ-ਅਲੱਗ ਰਾਈਟਰਸ ਦੇ। ਹੁਣ ਟਾਈਮ ਨਹੀਂ ਹੈ ਕਿ ਜੀ ਉੱਥੋਂ ਸਰਚ ਕਰ ਲਿਆ, ਉੱਥੋਂ ਸਰਚ ਕਰ ਲਿਆ, ਇਹਦਾ ਟਾਈਮ ਚਲਾ ਗਿਆ। ਹੁਣ ਤੁਸੀਂ ਇੱਕ ਰਾਈਟਰ ਬਾਰੇ ਜਾਣਕਾਰੀ ਲਓ ਬੇਸਿਕ, ਉਸ ਤੋਂ ਬਾਅਦ ਉਹਨਾਂ ਨੂੰ ਪੜ੍ਹੋ, ਉਹਨਾਂ ਤੋਂ ਬਾਅਦ ਉਹਨਾਂ ਦੇ MCQs ਲਗਾਓ, ਉਸ ਤੋਂ ਬਾਅਦ ਮਿਕਸਡ MCQs ਲਗਾਓ ਰਾਈਟਰਸ ਦੇ। ਇਦਾਂ ਕੰਮ ਕਰੋਗੇ ਤਾਂ ਬਹੁਤ ਅੱਛਾ ਸਕੋਰ ਕਰ ਜਾਓਗੇ, ਠੀਕ ਹੈ ਜੀ। ਥੋੜੀ ਜਿਹੀ ਮਿਹਨਤ ਕਰਨ ਦੀ ਜ਼ਰੂਰਤ ਹੈ। ਓਕੇ ਗਾइस, ਚਲੋ ਆ ਜਾਓ ਵੀ। ਅਗਰ ਤੁਸੀਂ ਚਾਹੁੰਦੇ ਹੋ ਕੰਪਲੀਟ ਕੋਰਸ ਲਗਾना, ਅਗਰ क्लास हर एक राइटर की क्लास, PDFs, MCQs, ठीक है, हर एक राइटर के MCQs, उस तो बाद 2-2 3-3 राइटर्स के MCQs, उस तो बाद सारी एक एज, सारे एक पीरियड के MCQs। मान लो इंडियन इंग्लिश राइटर के MCQs प्रैक्टिस करो। इदा सिस्टमैटिकली ऑर्डर च मेहनत करनी शुरू कर दो। अगर तुम रिजल्ट चाहते हो तो टाइम है तुहाडे तो 2 ਤੋਂ 3 महीने तुहाडे कोल टाइम है आराम नाल। सो गाइस स्टार्ट योर प्रैपरेशन। अगर तुम कंप्लीट कोर्स लगाना चाहते हो मेरे नाल, जिस सारा लिंग्विस्टिक कवर करवाया जाऊगा, लिटरेचर कवर करवाया जाऊगा, कंप्लीट PDF नोट्स सारा कुछ तुहानू प्रोवाइड करवाया जाऊगा, जिंदी वैलिडिटी है एग्जाम तक, जिंदी वैलिडिटी इस कोर्स की वैलिडिटी है एग्जाम तक। जो तक साडा एग्जाम नहीं होंदा तुसीं ये सारे वीडियो लैक्चर्स, सारा कंटेंट तुहाडे कोल रहूगा, तुसीं डाउनलोड कर सकते हो, प्रैक्टिस कर सकते हो, ठीक है जी। अगर तुसीं कंप्लीट कोर्स लगाना चाहते हो गाइस, तो ये वाला ऐप डाउनलोड कर लो प्ले स्टोर तो। ये वाला ऐप डाउनलोड कर लो। डाउनलोड करदिआं ठीक है जी, तुहानू उत्थे दिख जूगा मास्टर कैडर वाला अपना कोर्स। इस तुसीं ज्वाइन कर सकते हो जी, लो बेनिफिट जिन्ना लै सकते हो। बेस्ट कंटेंट, बेस्ट MCQs प्रोवाइड करवाए हैं। MCQs लगाते जाओ, एक राइटर बारे पढ़ते जाओ, टाइम वेस्ट ना करो, इधर उधर लभना सर्च करना उन्हें टाइम वेस्ट ना करो। अदरवाइज फिर भी कोई दिक्कत है, अगर तुसीं गल करना चाहते हो तो इस नंबर पर तुसीं कॉल करके गल कर सकते हो, डिस्कस कर सकते हो, ठीक है गाइस। सो अज के सैशन च इन्ना ही, मिलते हैं साडी नैक्सट क्लास च। बाय बाय, टेक केयर।